हेलो फ्रेंड्स एंड वेलकम टू SIC कैनेडा अपडेट्स। ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਉਹ ਇੱਕ ਪਬਲਿਕ ਡਿਮਾਂਡ ਦੇ ਉੱਤੇ ਅਸੀਂ ਪ੍ਰੈਜ਼ੈਂਟ ਕਰ ਰਹੇ ਹਾਂ, ਜਿਸ ਦੇ ਅੰਦਰ एवरीवन ਵਾਂਟਸ ਟੂ ਨੋ ਕਿ ਉਹ ਆਪਣੀ ਪੂਰੀ ਫੈਮਿਲੀ ਦੇ ਨਾਲ ਕੈਨੇਡਾ ਜਲਦੀ ਤੋਂ ਜਲਦੀ ਕਿਵੇਂ ਮਾਈਗ੍ਰੇਟ ਹੋ ਸਕਦੇ ਹਨ। ਸੋ ਦ ਐਂਟਾਇਰ ਟੌਪਿਕ ਦੈਟ ਵੀ ਆਰ ਗੋਇੰਗ ਟੂ ਕਵਰ ਇਨ ਦਿਸ ਵੀਡੀਓ ਟੁਡੇ ਇਜ਼ ਫॉर द स्पाउस ਮਾਈਗ੍ਰੇਸ਼ਨ ਕਿ ਕਿਵੇਂ ਤੁਸੀਂ ਆਪਣੇ ਸਪਾਊਸ ਨੂੰ ਆਪਣੀ ਟੈਂਪਰੇਰੀ ਪਰਮਿਟ ਜਾਂ ਫਿਰ ਇੱਕ PR ਦੀ ਪਰਮਿਟ ਦੇ ਵਾਸਤੇ ਡਾਇਰੈਕਟਲੀ ਉਹਨਾਂ ਦੀ ਪ੍ਰੋਫਾਈਲ ਨੂੰ ਤੁਸੀਂ ਐਡ ਆਨ ਕਰ ਸਕਦੇ ਹੋ। ਸੋ ਲੈਟਸ ਗੋ ਅहेड ਐਂਡ ਕੁਇਕਲੀ ਸਟਾਰਟ ਅਪ ਵਿਦ ਇਟ। ਇਨੀਸ਼ੀਅਲੀ ਮੈਂ ਸਾਰਿਆਂ ਦੇ ਨਾਲ ਇਹ ਡਿਸਕਸ਼ਨ ਕਰਨਾ ਚਾਹੂੰਗਾ ਕਿ PR ਦਾ ਐਕਚੁਅਲ ਜਿਹੜਾ ਪ੍ਰੋਸੈਸ ਹੈਗਾ ਕੈਨੇਡਾ ਦਾ, how exactly it works and where does spouse profile stand in that process. Okay, so express entry ਦਾ ਜਿਹੜਾ ਪ੍ਰੋਗਰਾਮ ਹੈ we are all very well aware of it ਕਿ ਕੈਨੇਡਾ ਦਾ ਜਿਹੜਾ ਇਲੈਕਟ੍ਰੋਨਿਕ ਸਿਸਟਮ ਹੈਗਾ PR ਦੇ ਵਾਸਤੇ, ਜਿਸ ਨੂੰ ਅਸੀਂ ਐਕਸਪ੍ਰੈਸ ਐਂਟਰੀ ਕਹਿੰਦੇ ਹਾਂ, ਉਸ ਦੇ ਵਾਸਤੇ ਪੂਲ ਦੇ ਅੰਦਰ ਜਾਣ ਲਈ ਪ੍ਰਾਇਮਰੀ ਐਪਲੀਕੈਂਟ ਆਪਣੀ ਪ੍ਰੋਫਾਈਲ ਕ੍ਰੀਏਟ ਕਰਦਾ ਹੈ ਤੇ how or what role does spouse profile play in that application. So spouse ਦੇ ਜੇਕਰ ਆਪਾਂ ਦੇਖੇ ਚਲੀਏ ਤਾਂ PR ਦੀ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ ਦੇ ਅੰਦਰ spouse ਦੇ ਤਿੰਨ ਕੈਟਾਗਰੀਜ਼ ਜਾਂ ਫਿਰ तीन फैक्टर्स ਜਿਹੜੇ हैं वो कंट्रीब्यूट कर रहे हैं। The first factor is the education qualification of your partner जो secondary applicant है। Second is their IELTS score कि ਉਹਨਾਂ ਦੀ language capability ਜਿਹੜੀ ਹੈ ਉਹ ਕਿਸ ਤਰੀਕੇ ਦੀ ਹੈ। And the third and the final thing is Canadian work experience, ਜੇ ਤੁਹਾਡੇ spouse ਕੋਲ ਕੋਈ Canadian work experience ਹੈ ਜਾਂ ਨਹੀਂ ਹੈ। So ਇਹ ਤਿੰਨ factors ਜਿਹੜੇ हैं spouse ਦੇ profile ਨੂੰ add ਕਰਨ ਤੇ count ਹੁੰਦੇ हैं ਤੁਹਾਡੇ towards your express entry score। So ਹੁਣ ਇਹ ਤਾਂ ਹੋਗੀ PR ਦੀ ਗੱਲ। Now if we go ahead and identify ਕਿ ਤੁਹਾਡੀ ਪ੍ਰੋਫਾਈਲ ਐਗਜ਼ੈਕਟਲੀ ਕਿੱਥੇ ਸਟੈਂਡ ਕਰਦੀ ਹੈ ਤੇ ਹਾਊ ਯੂ ਕੈਨ ਯੂਟਿਲਾਈਜ਼ ਯੋਰ ਸਪਾਊਸਸ ਪ੍ਰੋਫਾਈਲ ਟੂ ਗੋ ਅहेड ਐਂਡ ਐਨਹਾਂਸ ਯੋਰ ਚਾਂਸਸ ਟੂ ਬਿਕਮ ਅ PR। ਸੋ ਜੇ ਆਪਾਂ ਗੱਲ ਕਰਕੇ ਚੱਲੀਏ ਐਕਸਪ੍ਰੈਸ ਐਂਟਰੀ ਦੀ, ਇੱਕ ਆਈਡੀਅਲ ਸਿਨੈਰੀਓ ਆਪਾਂ ਡਿਸਕਸ਼ਨ ਕਰਦੇ ਹਾਂ ਐਜ਼ ਪਰ ਦ ਏਜ ਗਰੁੱਪ। ਸੋ ਇਨ ਕੇਸ ਤੁਹਾਡੀ ਏਜ ਜਿਹੜੀ ਹੈ ਉਹ 21 to 29 ਦੇ ਵਿੱਚ ਹੈ, ਠੀਕ ਹੈ, ਐਂਡ ਯੂ ਆਰ ਅ ਮਾਸਟਰਸ ਹੋਲਡਰ ਵਿਦ ਅ 8777 IELTS ਸਕੋਰ ਐਂਡ 3 year or more work experience, ਤਾਂ ਤੁਸੀਂ ਡਾਇਰੈਕਟਲੀ PR ਦੇ ਵਾਸਤੇ ਅੱਜ ਦੀ ਡੇਟ 'ਚ ਵੀ ਕੁਆਲੀਫਾਈ ਹੋ ਸਕਦੇ ਹੋ। You can again get it checked with us. Still ਜੇਕਰ ਕਿਤੇ ਤੁਸੀਂ ਮਿਸ ਕਰਦੇ ਹੋ draw with let's say 15 or 20 points ਤੋਂ ਹੀ ਤੁਸੀਂ ਲੈਕ ਕਰ ਰਹੇ ਹੋ ਜਾਂ ਤੁਹਾਡਾ 8777 ਦਾ ਸਕੋਰ ਨਹੀਂ ਆਇਆ, you can definitely go ahead and add your spouse profile. So ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਆਪਣੇ spouse ਦੀ, ਆਪਣੇ ਲਾਈਫ ਪਾਰਟਨਰ ਦੀ ਐਜੂਕੇਸ਼ਨ ਕ੍ਰੈਡੈਂਸ਼ੀਅਲਸ ਜੋ ਹੈ ਉਹਨਾਂ ਨੂੰ ਇਵੈਲੂਏਟ ਕਰਾਓ। ਉਹਨਾਂ ਦੀ ਜੋ ਵੇਟੇਜ ਹੈ, ਉਹਨਾਂ ਦਾ ਸਕੋਰ ਹੈ, ਉਹ ਤੁਹਾਡੀ ਪ੍ਰੋਫਾਈਲ ਨੂੰ ਕੰਪਲੀਮੈਂਟ ਕਰੇਗਾ, ਤੁਹਾਡੀ ਪ੍ਰੋਫਾਈਲ ਨੂੰ ਸਟਰੋਂਗ ਬਣਾਏਗਾ। In case you are not married and you can still go ahead and directly qualify for PR from outside of Canada, just ਤੁਹਾਨੂੰ ਆਪਣੇ IELTS ਦੇ ਉੱਤੇ ਜ਼ਿਆਦਾ ਵਰਕ ਕਰਨਾ ਪਏਗਾ। ਸੋ ਜੇ ਤੁਸੀਂ ਮਾਸਟਰਸ ਹੋਲਡਰ ਹੋ, 21 to 29 ਦੇ ਵਿੱਚ ਹੋ and you are scoring 8.5 also in 2 modules and rest are 7, ਤਾਂ ਤੁਸੀਂ with 3 years of more work experience ਦੇ ਨਾਲ directly PR ਵਾਸਤੇ ਅੱਜ ਦੀ ਡੇਟ 'ਚ ਵੀ ਕੁਆਲੀਫਾਈ ਕਰ ਸਕਦੇ ਹੋ। In case you are not, then you can definitely go ahead and use your spouse's profile. ਇਹ ਤਾਂ ਹੋਗੀ 21 to 29 ਦੀ age. Same rule applies for other age groups as well in terms of utilizing the spouse's points. However, मैं फिर भी we would like to go ahead and take some time out ਤੇ ਅਸੀਂ ਤੁਹਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਇਹ ਜ਼ਰੂਰ ਦੇਣਾ ਚਾਹਾਂਗੇ ਕਿ ਰਿਲੇਟਿਵਲੀ ਤੁਹਾਡੀ ਪ੍ਰੋਫਾਈਲ ਜਿਹੜੀ ਹੈ ਉਹ ਕਿਹੜੇ ਪਾਥਵੇ ਨੂੰ ਸੂਟ ਕਰਦੀ ਹੈ ਐਜ਼ ਪਰ ਯੋਰ ਏਜ, ਯੋਰ ਲੈਂਗੁਏਜ ਕੈਪੇਬਿਲਿਟੀ ਐਂਡ ਯੋਰ ਐਜੂਕੇਸ਼ਨ ਐਂਡ ਵਰਕ ਐਕਸਪੀਰੀਅੰਸ। ਸੋ ਜਿਵੇਂ ਆਪਾਂ ਗੱਲ ਕੀਤੀ ਕਿ 21 to 29 ਦੀ ਏਜ ਦੇ ਅੰਦਰ ਯੂ ਕੈਨ ਡਾਇਰੈਕਟਲੀ ਕੁਆਲੀਫਾਈ ਫॉर PR ਡਿਪੈਂਡਿੰਗ ਔਨ ਯੋਰ ਐਜੂਕੇਸ਼ਨ, IELTS, ਵਰਕ ਐਕਸਪੀਰੀਅੰਸ ਐਂਡ ਅਦਰ ਫੈਕਟਰਸ। ਹਾਊਐਵਰ ਜੇ ਤੁਹਾਡੀ ਏਜ 30+ ਹੋਣ ਲੱਗ ਜਾਂਦੀ ਹੈ, ਮਤਲਬ ਐਨੀ ਏਜ ਆਫਟਰ 30 or above, then you go ahead and start reducing the points in terms of express entry. So ਇੱਕ ਸਾਲ ਤੁਹਾਡੇ 6 ਪੁਆਇੰਟ ਕੱਟਦੇ ਨੇ, ਦੂਸਰੇ ਸਾਲ 5, so on an average you lose 11 points within 2 years for your age factors. ਇਸ ਦੇ ਨਾਲ ਤੁਹਾਡੀ ਪ੍ਰੋਫਾਈਲ ਜਿਹੜੀ ਹੈ ਉਹ ਵੀਕ ਹੁੰਦੀ ਰਹਿੰਦੀ ਹੈ। So in case both of you like husband and wife, they both are trying to go ahead and achieve PR, ਤਾਂ you should always go ahead and prefer someone ਜਿਸ ਦੀ ਕਿ education ਜ਼ਿਆਦਾ ਹੋਵੇ, IELTS ਜ਼ਿਆਦਾ ਹੋਵੇ ਤੇ age ਜਿਹੜੀ ਹੈ ਉਹ ਘੱਟ ਹੋਵੇ। So in case let's say there's a couple whose husband is more than 30 years old while the wife is younger than 29. So मेरी recommendation यही है कि in case you have equivalency available for language as well as education, ਤਾਂ ਤੁਸੀਂ wife ਨੂੰ prefer ਕਰੋ because ਉਹਨਾਂ ਦੀ age ਘੱਟ ਹੈ, ਠੀਕ ਹੈ। Then again in case ਜੇ ਤੁਹਾਡਾ ਦੋਨਾਂ ਦੀ profile add ਕਰਕੇ ਵੀ ਤੁਹਾਡੀ PR ਨਹੀਂ ਹੋ ਰਹੀ ਹੈ, then we also suggest ਕਿ either you can go for study permit option or work permit option. Study permit ਤੇ let's say ਕਿ ਤੁਸੀਂ as a primary candidate ਤੁਸੀਂ ਜ਼ਿਆਦਾ strong ਹੋ, you are scoring like 400, 440, 450, okay, but ਤੁਸੀਂ ਫਿਰ ਵੀ PR ਦੇ ਵਾਸਤੇ ਕੁਆਲੀਫਾਈ ਨਹੀਂ ਕਰ ਰਹੇ ਹੋ। ਸੋ ਮੈਂ ਰეკਮੈਂਡ ਕਰੂੰਗਾ ਇਨ ਕੇਸ ਤੁਹਾਡੀ ਵਾਈਫ ਜਾਂ ਤੁਹਾਡੇ ਹਸਬੈਂਡ ਜੋ ਸੈਕੰਡਰੀ ਐਪਲੀਕੈਂਟ ਹੈ, ਜੇ ਉਹਨਾਂ ਦੀ IELTS okay है let's say, ठीक है, बट एज ज़्यादा नहीं है, then try to go ahead and ask
your spouse or your partner to go for a study permit। ਉਸ ਦੇ ਨਾਲ ਕੀ ਹੋਏਗਾ 2 ਸਾਲ ਦਾ ਟਾਈਮ ਪੀਰੀਅਡ ਜਿਹੜਾ ਉਹਨਾਂ ਨੂੰ ਸਟੱਡੀ ਪਰਮਿਟ ਦਾ ਮਿਲਦਾ ਹੈ ਪਲੱਸ 3 ਸਾਲ ਦਾ ਜਿਹੜਾ ਵਰਕ ਪਰਮਿਟ ਮਿਲਦਾ ਹੈ। ਇਨ ਦ ਮੀਨਵਾਈਲ ਤੁਸੀਂ ਇੱਕ ਸਪਾਊਸ ਓਪਨ ਵਰਕ ਪਰਮਿਟ ਲੈ ਕੇ ਉਹਨਾਂ ਦੇ ਨਾਲ ਉੱਥੇ ਫੁੱਲ ਵਰਕਿੰਗ ਰਾਈਟਸ ਨਾਲ ਜਾ ਸਕਦੇ ਹੋ। ਸੋ ਇਫ ਯੂ ਹੈਵ ਦ ਫੁੱਲ ਵਰਕਿੰਗ ਰਾਈਟਸ ਤਾਂ ਉਹਨਾਂ ਦੀ ਐਜੂਕੇਸ਼ਨ ਕੰਪਲੀਟ ਹੋਣ ਤੋਂ ਪਹਿਲਾਂ ਵੀ ਯੂ ਕੈਨ ਗੋ ਅहेਡ ਐਂਡ ਐਡ ਔਨ ਐਡੀਸ਼ਨਲ ਪੁਆਇੰਟਸ ਫॉर योर ਕੈਨੇਡੀਅਨ ਵਰਕ ਐਕਸਪੀਰੀਅੰਸ ਦੈਟ ਯੂ ਕੈਨ ਗੇਨ ਓਵਰ देयर। ਸੋ ਇਸ ਦੇ ਨਾਲ ਤੁਹਾਡੀ ਪ੍ਰੋਫਾਈਲ ਜਿਹੜੀ ਹੈ ਉਹ ਹੋ ਸਕਦਾ ਹੈ ਕੁਆਇਟ ਪੋਸੀਬਲੀ ਆਉਣ ਵਾਲੇ 1 ਜਾਂ 2 ਸਾਲ ਦੇ ਅੰਦਰ ਪੀਆਰ ਵਾਸਤੇ ਵੀ ਕੁਆਲੀਫਾਈ ਕਰ ਜਾਏ। ਬਟ ਅਗੇਨ ਯੂ ਹੈਵ ਟੂ ਚੈੱਕ ਕਿ ਤੁਸੀਂ ਦੋਨਾਂ ਚੋਂ ਹਸਬੈਂਡ ਜਾਂ ਵਾਈਫ ਦੇ ਅੰਦਰੋਂ ਦੀ ਪ੍ਰੋਫਾਈਲ ਜਿਹੜੀ ਹੈ ਕਿਸ ਦੀ ਸਟਰੋਂਗ ਜ਼ਿਆਦਾ ਹੈ। ਬੜੇ ਸਾਰੇ ਫੈਕਟਰਸ ਇਸ ਦੇ ਅੰਦਰ ਆ ਜਾਂਦੇ हैं। You might be at a range of 450 or 460 CRS also। ਤੁਹਾਡਾ ਸ਼ਾਰਟ ਵੀ ਲੱਗ ਸਕਦਾ ਹੈ ਪੀਆਰ ਦੇ ਵਾਸਤੇ ਕਿ ਈਜ਼ੀ ਹੋਵੇ, ਬਟ ਅਗੇਨ ਤੁਹਾਨੂੰ ਇਹ ਜ਼ਰੂਰ ਚੈੱਕ ਕਰਨਾ ਪਏਗਾ ਕਿ ਤੁਹਾਡੀ ਏਜ ਫੈਕਟਰ ਜਿਹੜਾ ਹੈ ਉਹ ਕਿੰਨਾ ਕੰਟਰੀਬਿਊਟ ਕਰਦੀ ਹੈ। ਸੋ ਲੈਟਸ ਸੇ ਇਫ ਯੂ ਆਰ ਐਟ 460 ਰਾਈਟ ਨਾਓ ਤਾਂ ਵੇਟ ਕਰਕੇ ਤੁਹਾਡੀ ਪ੍ਰੋਫਾਈਲ ਨੂੰ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਤੁਸੀਂ ਏਜ ਦੇ ਪੁਆਇੰਟ ਜਿਹੜੇ ਲੂਜ਼ ਕਰ ਸਕਦੇ ਹੋ। ਸੋ ਮੇਰਾ ਸੁਜੈਸ਼ਨ ਇਹ ਹੈ ਕਿ ਅੱਜ ਦੀ ਡੇਟ ਦੇ ਅੰਦਰ ਆਪਣੀ ਪ੍ਰੋਫਾਈਲ ਚੈੱਕ ਕਰਾਓ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਡਾਇਰੈਕਟਲੀ ਪੀਆਰ ਵਾਸਤੇ ਕੁਆਲੀਫਾਈ ਕਰ ਸਕਦੇ ਹੋ then go ahead and wait on it, otherwise go ahead and start with the study permit or work permit options, again evaluating ਕਿ ਕਿਸ ਦੀ ਪ੍ਰੋਫਾਈਲ ਸਟਰੋਂਗ ਹੈਗੀ ਹੈ ਐਜ਼ ਅ ਪ੍ਰਾਇਮਰੀ ਰੱਖਣ ਲਈ ਤੇ ਕਿਹਦੀ ਐਜ਼ ਅ ਸੈਕੰਡਰੀ ਰੱਖਣ ਲਈ। ਉਸੇ ਗੱਲ ਨੂੰ ਕੰਟੀਨਿਊ ਕਰਦੇ ਹੋਏ I'll go ahead and come over to the people who are for 40 years or more of age। so usually any age group ਤੱਕ ਦੇ ਜੇ ਦੇਖੀਏ ਜੇ ਤੁਸੀਂ 777 ਦਾ ਵੀ ਸਕੋਰ ਕਰ ਲੈਂਦੇ ਹੋ, ਹਾਈਐਸਟ ਆਈਲਟਸ ਦੇ ਸਕੋਰ ਵੀ ਹੈ, ਹਾਈਐਸਟ ਐਜੂਕੇਸ਼ਨ ਕੁਆਲੀਫਿਕੇਸ਼ਨ ਵੀ ਹੈ, ਤਾਂ ਵੀ ਤੁਹਾਡਾ ਕ੍ਰਾਈਟੇਰੀਆ ਜਿਹੜਾ ਨਹੀਂ ਮੀਟ ਹੁੰਦਾ ਆਫਟਰ ਈਵਨ ਐਡਿੰਗ ਸਪਾਊਸ। ਉਸ ਕੇਸਿਸ ਦੇ ਅੰਦਰ ਅਸੀਂ ਰეკਮੈਂਡ ਕਰਦੇ ਹਾਂ ਕਿ ਤੁਹਾਡੇ ਵਾਸਤੇ ਇੱਕ ਇਨਵੈਸਟਰ ਪਾਥਵੇ ਹੈ ਜੋ ਕਿ ਸੂਟੇਬਲ ਰਹਿੰਦਾ ਹੈ, ਜਾਂ ਯੂ ਕੈਨ ਆਲਸੋ ਗੋ ਅहेਡ ਐਂਡ ਟਰਾਈ ਫॉर ਅ ਵਰਕ ਪਰਮਿਟ ਆਪਸ਼ਨ। ਬਟ ਲੈਟ ਮੀ ਰਿਮਾਈਂਡ ਯੂ ਅਗੇਨ ਕਿ 45 ਦੀ ਏਜ ਤੋਂ ਬਾਅਦ ਤੁਹਾਡੇ ਏਜ ਦੇ ਪੁਆਇੰਟਸ ਜਿਹੜੇ ਹਨ ਉਹ ਟੋਟਲੀ ਜ਼ੀਰੋ ਹੋ ਜਾਂਦੇ ਹਨ, which means ਤੁਹਾਡੇ ਕੋਲ ਜ਼ਿਆਦਾ ਆਪਸ਼ਨਸ ਨਹੀਂ ਰਹਿੰਦੀ। so you need to go ahead and start early in evaluating ਕਿਉਂਕਿ any pathway that you are selecting that is 2 years down the line or 1 year down the line, again calculating the probabilities। now you never know कि उस टाइम पे immigration ਦਾ status जो है वो किस तरीके ਦਾ है, किस तरीके ਦੇ scores ਵਾਲੀ profile ਨੂੰ PR ਦੇ ਰਹੇ हैं, ਕਿਹੜੀ ਜਿਹੜੀ profiles हैं वो miss out कर रहे हैं, ਕਿਹੜੀ occupations in demand ਚੱਲ ਰਹੀ हैं, ਕਿਹੜੀ provinces prefer ਕਰ ਰਹੀ हैं, वो ਸਾਰਾ criteria with time change ਹੁੰਦਾ ਰਹਿੰਦਾ ਹੈ। so always go ahead and evaluate according to today as well as what you are going to be or where you stand after 2 years or later, okay, so that you know कि ਤੁਹਾਡੇ ਕੋਲ ਇੱਕ clear defined pathway है कि मेरी PR ਜਿਹੜੀ ਹੈ ਉਹ ਕਦ ਤੱਕ acquire ਹੋ ਜਾਏਗੀ। okay, now in the meanwhile as I mentioned कि ਤੁਸੀਂ spouse open work permit ਦੇ ਉੱਤੇ ਜਿਹੜਾ ਹੈ ਤੁਸੀਂ ਕੈਨੇਡਾ ਜਾ ਸਕਦੇ ਹੋ ਆਪਣੇ ਪਾਰਟਨਰ ਦੇ ਨਾਲ। ਹੁਣ spouse open work permit ਦੇ ਕੇਸ 'ਚ ਜੋ ਹੈ 2 ਕ੍ਰਾਈਟੇਰੀਆਜ਼ ਆ ਜਾਂਦੇ ਹਨ ਕਿ ਤੁਹਾਡੇ spouse ਦਾ ਉੱਥੇ ਸਟੱਡੀ ਪਰਮਿਟ ਹੈ ਜਾਂ ਵਰਕ ਪਰਮਿਟ ਹੈ। ਬਹੁਤ ਸਾਰੇ ਫੈਕਟਰਸ ਇਸ ਦੇ ਅੰਦਰ ਇੰਕਲੂਡ ਹੁੰਦੇ ਨੇ ਤੁਹਾਡੀ spouse open work permit ਵਾਸਤੇ ਕਿ ਪ੍ਰਾਇਮਰੀ ਐਪਲੀਕੈਂਟ ਜੋ ਤੁਹਾਡੇ ਹਸਬੈਂਡ ਜਾਂ ਵਾਈਫ ਉਧਰ ਗਏ ਹੋਏ ਆ ਪਹਿਲਾਂ ਤੋਂ ਕੈਨੇਡਾ, ਉਹਨਾਂ ਦਾ ਪਰਮਿਟ ਕਿੰਨਾ ਰਹਿ ਗਿਆ ਹੈ, ਉਹਨਾਂ ਦੀ ਕਰੰਟ ਪਰਮਿਟ ਦੀ ਕੰਡੀਸ਼ਨਸ ਨੂੰ ਉਹ ਆਨਰ ਕਰ ਰਹੇ ਹੈ ਕਿ ਨਹੀਂ ਕਰ ਰਹੇ ਹੈ, ਵੈਦਰ ਉਹ EMPLOYED ਹੈ ਜਾਂ ਨਹੀਂ ਹੈ, ਵੈਦਰ ਤੁਸੀਂ EMPLOYED ਹੋ ਕਿ ਨਹੀਂ ਹੋ, ਜੇ ਹੋ ਤਾਂ ਕੈਸੇ ਪੈਕੇਜ ਤੇ ਹੋ, ਕਿਸ ਇੰਡਸਟਰੀ 'ਚ ਹੋ, ਕਿਸ ਤਰੀਕੇ ਦੀ ਆਕੂਪੇਸ਼ਨ ਤੁਸੀਂ ਕਰ ਰਹੇ ਹੋ, ਜੇ ਉਹ EMPLOYED ਹੈ ਤਾਂ ਹਾਊ ਮੈਨੀ ਆਵਰਸ ਔਰ ਹਾਊ ਮੈਨੀ ਵੇਜ what is the wage rate that they are employed on, ਕਿੰਨੇ ਪੇ ਚੈਕਸ ਅਵੇਲੇਬਲ ਹੈ। ਠੀਕ ਹੈ, ਤੁਸੀਂ ਦੋਨਾਂ ਦਾ ਇਕਨੋਮਿਕ ਸਟਿਮੂਲਸ ਜਾਂ ਤੁਹਾਡੀ ਵਾਇਬਿਲਿਟੀ ਇਨ ਟਰਮਸ ਆਫ ਪ੍ਰੋਵਾਈਡਿੰਗ ਇਕਨੋਮਿਕ ਬੈਨੀਫਿਟ ਟੂ ਕੈਨੇਡਾ ਉਹ ਕਿੰਨੀ ਹੈ, ਵੈਦਰ ਯੂ ਹੈਵ ਕਿਡਸ ਔਰ ਨੋ। ਓਕੇ, ਤੁਹਾਡੀ ਐਪਲੀਕੇਸ਼ਨ ਤੁਹਾਡੀ ਇਕੱਠੇ ਲੱਗਣੀ ਚਾਹੀਦੀ ਹੈ ਜਾਂ ਸੈਪਰੇਟ ਲੱਗਣੀ ਚਾਹੀਦੀ ਹੈ, ਇਸ ਬਹੁਤ ਸਾਰੇ ਫੈਕਟਰਸ ਤੇ ਡਿਪੈਂਡ ਕਰਦਾ ਹੈ। ਨਾਓ ਲੈਟਸ ਸੇ every person who is a family person, they would want ਕਿ ਉਹ ਆਪਣੀ ਫੈਮਿਲੀ ਦੇ ਨਾਲ ਪੂਰੇ ਮਤਲਬ ਸਾਰੇ ਦੇ ਸਾਰੇ ਇਕੱਠੇ ਹੀ ਉੱਥੇ ਮਾਈਗ੍ਰੇਟ ਕਰਨ, ਚਾਹੇ ਉਹ ਟੈਂਪਰੇਰੀ ਸਟੇਟਸ ਹੀ ਕਿਉਂ ਨਾ ਹੋਏ, ਚਾਹੇ ਸਟੱਡੀ ਪਰਮਿਟ ਹੋਏ, ਚਾਹੇ ਵਿਜ਼ਟਰ ਹੋਏ, everyone wants ਕਿ ਉਹ ਫੈਮਿਲੀ ਦੇ ਨਾਲ ਉੱਧਰ ਜਾਣ। ਇਸ ਚੀਜ਼ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਦਾ ਜਿਹੜਾ ਲਾਅ ਹੈ ਉਹ ਵੀ ਆਨਰ ਕਰਦਾ ਹੈ। ਇਸੇ ਕਰਕੇ ਫੈਮਿਲੀ ਰਿਊਨੀਫਿਕੇਸ਼ਨ ਦੀ ਬਹੁਤ ਇੰਪੋਰਟੈਂਸ ਹੈ ਕੈਨੇਡੀਅਨ ਇਮੀਗ੍ਰੇਸ਼ਨ ਲਾਅ ਦੇ ਅੰਦਰ। ਜੇ ਆਪਾਂ ਉਸੇ ਫੈਕਟਰ ਨੂੰ ਦੇਖ ਕੇ ਚੱਲੀਏ ਤਾਂ ਚਾਹੇ ਤੁਸੀਂ ਉੱਥੇ ਵਿਜ਼ਿਟਰ ਤੇ ਹੋ, ਸਟੱਡੀ ਪਰਮਿਟ ਤੇ ਹੋ ਜਾਂ ਵਰਕ ਪਰਮਿਟ ਤੇ ਹੋ, ਯੂ ਆਰ ਐਂਟਾਈਟਲਡ ਟੂ ਗੋ ਫॉर ਅ ਸਪਾਊਸ ਓਪਨ ਵਰਕ ਪਰਮਿਟ। ਸੋ ਇਹ ਕੈਟੇਗਰੀ ਉਹਨਾਂ ਲੋਕਾਂ ਵਾਸਤੇ ਬਣਾਈ ਗਈ ਹੈ ਜਾਂ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਬਣਾਈ ਗਈ ਹੈ ਕਿ ਤੁਸੀਂ ਆਪਣੀ ਫੈਮਿਲੀ ਦੇ ਨਾਲ ਰੀਯੂਨਾਈਟ ਹੋਣਾ ਹੈ, ਤੁਸੀਂ ਉਹਨਾਂ ਨੂੰ ਇੱਕ ਫਾਈਨੈਂਸ਼ੀਅਲ, ਇਮੋਸ਼ਨਲ ਦੋਨੋਂ ਤਰੀਕੇ ਦਾ ਸਪੋਰਟ ਦੇਣਾ ਹੈ। ਇਫ ਦੇ ਆਰ ਸਟਰਗਲਿੰਗ for their studies, they are struggling with their job and everything in Canada, so इसी spirit ਨੂੰ follow ਕਰਦੇ ਹੋਏ ਬੜੇ ਸਾਰੇ questions ਦੇ answer ਕਰਕੇ ਤੁਹਾਨੂੰ spouse open work permit ਮਿਲ ਜਾਂਦੀ ਹੈ। for example ਤੁਹਾਨੂੰ ਆਪਣਾ relationship prove ਕਰਨਾ ਪੈਂਦਾ ਹੈ, ਤੁਹਾਡੀ marriage ਦੀ genuineness। always remember ਇੱਕ marriage certificate
ਸਰਟੀਫਿਕੇਟ ਹੋਣ ਦੇ ਨਾਲ ਤੁਹਾਡੀ ਮੈਰਿਜ ਤਾਂ ਪ੍ਰੂਵ ਹੋ ਜਾਏਗੀ, ਪਰ ਤੁਹਾਨੂੰ ਆਪਣਾ ਰਿਲੇਸ਼ਨਸ਼ਿਪ ਦੀ ਜੈਨੂਇਨਨੈਸ ਵੀ ਦਿਖਾਣੀ ਹੈ ਕਿ ਇਹ ਕੋਈ ਕੰਟਰੈਕਟ ਮੈਰਿਜ ਨਹੀਂ ਹੈ ਜਾਂ ਕੋਈ ਕਿਸੇ ਤਰੀਕੇ ਦੀ ਅਰੇਂਜਮੈਂਟ ਨਹੀਂ ਹੈ। ਸੋ ਤੁਹਾਨੂੰ ਦਿਖਾਣਾ ਪੈਂਦਾ ਹੈ ਕਿ ਤੁਸੀਂ ਕਦ ਤੋਂ ਇੱਕ ਦੂਸਰੇ ਨੂੰ ਜਾਣਦੇ ਹੋ, ਵੈਦਰ ਤੁਹਾਡੀ ਕੋਈ ਕਾਮਨ ਹੈਬਿਟਸ ਜਾਂ ਕੋਈ ਕਾਮਨ ਇੰਟਰਸਟ ਹੈ, ਹਾਊ ਐਗਜ਼ੈਕਟਲੀ ਯੂ ਗਾइस केम इन टच विद यू, ठीक है, एंड हाउ लॉन्ग यू हैव बीन इन टच विद यू, किस लेवल तक यू बोथ आर क्लोज टू ईच अदर, हैव यू टेकन एनी ट्रिप्स आउटसाइड, ਤੁਹਾਡੇ ਕੋਈ ਜੁਆਇੰਟ ਅਕਾਊਂਟਸ ਹੈ ਨਹੀਂ ਹੈ। ਸੋ देयर आर मेनी फैक्टर्स इन्वॉल्वड टू गो ahead and prove your genuineness of the relationship. A mean spirit है spouse open work permit ਦੀ, but then again you have to prove that you have an economic viability for Canadian economy. Okay, ਜੇ ਤੁਸੀਂ ਉਰੇ ਕੋਈ ਅੱਛੇ ਪੈਕੇਜ ਤੇ ਜਾਂ ਕਿਸੇ ਅੱਛੀ ਆਕੂਪੇਸ਼ਨ ਦੇ ਅੰਦਰ ਜਾਂ ਕੋਈ ਜ਼ਿਆਦਾ ਕੁਆਲੀਫਾਈਂਗ ਪੋਜੀਸ਼ਨ ਤੇ ਨਹੀਂ ਵੀ ਹੋ, ਬਟ ਤੁਹਾਡੀ ਜਿਹੜੀ ਆਕੂਪੇਸ਼ਨ ਹੈ ਉਹ ਕੈਨੇਡਾ ਦੇ ਅੰਦਰ ਕਾਫੀ ਡਿਮਾਂਡ 'ਚ ਹੈ। ਲੈਟਸ ਸੇ ਫॉर एन एग्जांपल, I don't want to go ahead and pinpoint or say anything negative about anything, but yes, for example, let's say कि plumber है, electricians हैं, so we all know कि हाँ भी ਉਹਨਾਂ ਦੀ maybe ਹੋ ਸਕਦਾ ਹੈ ਉਰੇ ਇਨਕਮ ਉਨੀ ਜ਼ਿਆਦਾ ਨਾ ਹੋਵੇ, but they earn quite a lot in Canada. So ऐसी profiles ਵੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਦੂਸਰੇ point of view ਨਾਲ ਜੇ ਆਪਾਂ ਰੱਖ ਕੇ ਚੱਲੀਏ ਕਿ primary applicant ਜਾਂ secondary applicant ਦੋਨਾਂ ਚੋਂ ਕੌਣ ਜ਼ਿਆਦਾ important ਹੈ ਜਾਂ ਕਿਸ ਦੀ occupation ਜ਼ਿਆਦਾ highly paid ਹੈ, then we need to go ahead and stress on that. Okay, so ਇਹ ਸਾਰੇ ਫੈਕਟਰਸ ਜਿਹੜੇ ਹੈ ਇਹ ਕਲੈਕਟਿਵਲੀ ਜਿਹੜਾ ਕੰਟਰੀਬਿਊਟ ਕਰਦੇ ਹਨ ਤੁਹਾਡੀ ਸਪਾਊਸ ਓਪਨ ਵਰਕ ਪਰਮਿਟ ਲੱਗਣ ਲਈ। ਅਗੇਨ ਟੈਂਪਰੇਰੀ ਸਟੇਟਸ ਹੈ, ਬਟ ਫਿਰ ਵੀ ਯੂ ਕੈਨ ਗੋ ਹੈਡ ਐਂਡ ਜੁਆਇਨ ਯੋਰ ਸਪਾਊਸ ਔਰ ਪਾਰਟਨਰ ਓਵਰ देयर in Canada with full working rights, so that you can go ahead and earn, you can support your partner, you can support your family, and you can always go ahead and work towards your PR. Okay, so ਇਸ ਦੇ ਨਾਲ ਹੀ I'll go ahead and sum it up ਕਿ ਜਿਵੇਂ ਆਪਾਂ ਡਿਸਕਸ਼ਨ ਕੀਤੀ ਹੈ ਸਪਾਊਸ ਓਪਨ ਵਰਕ ਪਰਮਿਟ ਦੀ, ਤੁਹਾਡੀ ਐਕਸਪ੍ਰੈਸ ਐਂਟਰੀ ਦੇ ਚਾਂਸਸ ਵਗੈਰਾ ਦੀ। ਸੋ ਮੇਰਾ ਸਜੈਸ਼ਨ ਐਂਡ ਰეკਮੈਂਡੇਸ਼ਨ ਇਹੀ ਰਹੇਗਾ ਕਿ whatever you go ahead and decide, because each and every kind of application it involves a lot of financial risk, and each and every application that you go ahead and submit ਉਸ ਦੇ ਅੰਦਰ ਕਿਤੇ ਨਾ ਕਿਤੇ ਕੋਈ ਛੋਟੀ ਤੋਂ ਛੋਟੀ ਵੀ ਚੀਜ਼ ਜਿਹੜੀ ਹੈਗੀ ਹੈ ਜੇ ਉਸ ਨੂੰ ਇਗਨੋਰ ਕਰ ਦਈਏ ਤਾਂ ਰਿਫਿਊਜ਼ਲ ਦੇ ਵਾਸਤੇ ਵੱਡਾ ਰੀਜ਼ਨ ਬਣ ਸਕਦੀ ਹੈ। ਸੋ always go ahead and check your eligibility for PR before you go ahead and make any decision whether to go on study permit or work permit also. So contact us, we'll go ahead and help you out, we'll go ahead and check your profile, ਅਸੀਂ ਤੁਹਾਨੂੰ ਚੈੱਕ ਕਰਕੇ ਦੱਸਾਂਗੇ ਕਿ ਤੁਹਾਡੇ PR ਦੇ ਜੇ ਚਾਂਸਸ ਹੈ ਤਾਂ ਉਹ ਕਿੰਨੇ ਟਾਈਮਲਾਈਨ ਦੇ ਅੰਦਰ you can still go ahead and look at it. ਜੇ ਉਹ ਨਹੀਂ ਸੈਟੀਸਫਾਈ ਹੋ ਰਿਹਾ, we'll guide you towards the right pathway so that ਤੁਸੀਂ ਚਾਹੇ spouse work permit ਤੋਂ ਕੈਨੇਡਾ ਐਂਟਰ ਕਰੋ, ਚਾਹੇ work permit LMIA based ਹੋ ਜਾਂ ਫਿਰ ਕਿਸੇ LMIA exempted work permit ਹੋਏ ਉਸ ਦੇ ਥਰੂ ਤੁਸੀਂ ਕੈਨੇਡਾ ਐਂਟਰ ਕਰੋ, and you can go ahead and secure your place in achieving a Canadian PR in a well defined timeline. So again दोस्तों, I'll go ahead and take your leave from this video. आई होप जो इन्फॉर्मेशन मैं शेयर की है, जो नॉलेज बेस असी ਤੁਹਾਡੇ ਨਾਲ शेयर किया है अपने एक्सपीरियंस के बेस पे, वो ਤੁਹਾਨੂੰ हेल्प करेगा अपने लाइफ के अगे डिसीजनस लैन वास्ते। आई नो इट्स अ वेरी बिग डिसीजन टू गो हैड एंड माइग्रेट, अपनी पूरी लाइफ ਨੂੰ इधरों ਦੀ अपरूट करके या फिर उधर मूव करना, अपनी फैमिली तो थोड़ा जिहा दूर रहना। सो ये सारे डिसीजन बहुत क्रिटिकल होंगे एवरी ह्यूमन बीइंग के वास्ते, ठीक है। ऑल आई एम सेइंग इज कि मेक श्योर दैट यू आर स्टेपिंग इनटू द राइट पाथवे, यू आर गोइंग अहेड एंड टॉकिंग टू राइट पीपल, you're talking to registered consultants, you're not going for any fraud or spam information. So always and always go ahead and read yourself as well. Google te jao, सारी policies, सब laws, सारे programs ਦੀ information ਉੱਥੇ available ਹੈ। Still ਇੱਕ RCIC member ਦੇ ਨਾਲ consult ਕਰਕੇ ਆਪਣੀ application ਨੂੰ proceed ਕਰਨ ਦੇ ਵਾਸਤੇ ਹਮੇਸ਼ਾ ਤੁਹਾਨੂੰ benefit ਹੀ ਹੋਏਗਾ, because an RCIC already has the knowledge of what all needs to be presented ਤੇ ਕਿਆ ਕੁਝ ਨਹੀਂ ਦਿਖਾਣਾ ਚਾਹੀਦਾ। So ਮੇਰੀ suggestion ਤੁਹਾਨੂੰ ਇਹੀ ਹੈ, again go ahead and think about it, talk to different people, but always and always rely on a documented evidence that is available through the Canadian government. So go for it friends, go ahead and get your profile evaluated for free assessment today, and we can go ahead and help you guide out for the next step towards your PR. Thank you and have a nice day.